ਵਿਦਿਆਰਥੀਆਂ ਦਾ ਇਸ ਲੈਕਚਰ ਵਿੱਚ ਹਾਰਦਿਕ ਸਵਾਗਤ। ਅੱਜ ਇਸ ਲੈਕਚਰ ਵਿੱਚ ਸਾਡਾ ਗੱਲਬਾਤ ਦਾ ਵਿਸ਼ਾ ਰਹੇਗਾ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦਾ ਜੀਵਨ ਅਤੇ ਸਾਹਿਤਿਕ ਸਫ਼ਰ। ਤੋਂ ਆਓ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਸਾਹਿਤਿਕ ਸਫ਼ਰ ਬਾਰੇ ਗੱਲ ਆਰੰਭ ਕਰੀਏ। ਜੇ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 30 ਮਈ 1908 ਚੱਕ ਨੰਬਰ 70 ਝੰਗ ਬ੍ਰਾਂਚ ਜ਼ਿਲ੍ਹਾ ਲਾਇਲਪੁਰ, ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਪੈਂਦਾ ਏਰੀਆ, ਉੱਥੇ ਹੋਇਆ। ਉਹਨਾਂ ਨੇ 10ਵੀਂ ਬਾਰ ਖਾਲਸਾ ਹਾਈ ਸਕੂਲ ਵਿੱਚ 1924 ਵਿੱਚ ਕੀਤੀ। ਇਸੇ ਤਰ੍ਹਾਂ ਸਰਕਾਰੀ ਕਾਲਜ ਲਾਇਲਪੁਰ ਤੋਂ 1926 ਵਿੱਚ ਉਹਨਾਂ ਨੇ FSc ਦੀ ਡਿਗਰੀ ਪ੍ਰਾਪਤ ਕੀਤੀ। BA ਮਿਸ਼ਨ ਕਾਲਜ ਲਾਹੌਰ ਤੋਂ ਕੀਤੀ। ਇਸੇ ਤਰ੍ਹਾਂ MA ਪਹਿਲਾਂ ਇਕਨੋਮਿਕਸ 1930 ਵਿੱਚ ਕੀਤੀ ਤੇ ਬਾਅਦ ਦੇ ਵਿੱਚ ਅੰਗਰੇਜ਼ੀ ਦੀ MA ਵੀ ਉਹਨਾਂ ਨੇ ਕੀਤੀ। ਵਿਦਿਆਰਥੀ ਸਮੇਂ ਤੋਂ ਹੀ ਅੰਗਰੇਜ਼ੀ ਵਿੱਚ ਕਾਲਜ ਵਿੱਚ ਮੈਗਜ਼ੀਨ ਅਤੇ ਅੰਗਰੇਜ਼ੀ ਦੇ ਅਖਬਾਰਾਂ ਤੇ ਰਸਾਲਿਆਂ ਵਿੱਚ ਉਹਨਾਂ ਨੇ ਕਵਿਤਾਵਾਂ ਵੀ ਛਪਵਾਈਆਂ। ਪਰਿਵਾਰ ਨਿਮਨ ਕਿਸਾਨੀ ਸੰਕਟਾਂ ਦੇ ਨਾਲ ਜੂਝਣ ਵਾਲਾ ਰਿਹਾ। ਕਰਜ਼ੇ ਦਾ ਸ਼ਿਕਾਰ ਵੀ ਇਹ ਪਰਿਵਾਰ ਰਿਹਾ। ਬਹੁਤੀਆਂ ਇਕਾਂਗੀਆਂ ਤੇ ਕਹਾਣੀਆਂ ਦੇ ਵਿੱਚ ਉਹਨਾਂ ਦੀ ਇਹ ਆਰਥਿਕ ਸਥਿਤੀ ਸਾਨੂੰ ਨਜ਼ਰ ਆ ਜਾਂਦੀ ਹੈ। ਜੇ ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰੀਏ, ਸੰਸਾਰ ਪੱਧਰ ਉੱਤੇ ਬਦਲਦੀਆਂ ਰਾਜਨੀਤਿਕ ਤੇ ਸਮਾਜਿਕ ਸਥਿਤੀਆਂ ਨੇ ਸਾਹਿਤ ਵਿੱਚ ਮਾਰਕਸਵਾਦੀ ਦਰਸ਼ਨ ਦੀ ਚੜ੍ਹਤ ਅਤੇ ਕਮਿਊਨਿਸਟ ਲਹਿਰ ਨੂੰ ਜਨਮ ਦਿੱਤਾ। ਭਾਰਤ ਸਮੇਤ ਪੰਜਾਬ ਦੇ ਸਾਹਿਤਕਾਰਾਂ ਵਿੱਚ ਵੀ ਪ੍ਰਗਤੀਵਾਦੀ ਲਹਿਰ ਬਹੁਤ ਜ਼ਿਆਦਾ ਵਿਕਸਿਤ ਹੋਈ, ਜਿਸ ਨੇ ਪੂੰਜੀਵਾਦੀ ਸੰਸਾਰ ਅਤੇ ਇਹਦੇ ਪੱਖ ਵਿੱਚ ਉੱਭਰ ਰਹੀ ਚੇਤਨਾ ਨੂੰ ਕਿਰਤੀ ਲੋਕਾਂ ਅਤੇ ਇਨਕਲਾਬੀ ਪਰਿਵਰਤਨ ਵੱਲ ਮੋੜਿਆ। ਸੰਤ ਸਿੰਘ ਸੇਖੋਂ ਇਸ ਪ੍ਰਗਤੀਵਾਦੀ ਲਹਿਰ ਤੋਂ ਪ੍ਰਭਾਵਿਤ ਹੁੰਦੇ ਨੇ ਅਤੇ ਸੋਵੀਅਤ ਰੂਸ ਦੇ ਮਾਰਕਸਵਾਦੀ ਫਲਸਫੇ ਨੂੰ ਆਪਣੀ ਰਚਨਾ ਦ੍ਰਿਸ਼ਟੀ ਦਾ ਆਧਾਰ ਬਣਾਉਂਦੇ ਨੇ। ਇਸ ਲਹਿਰ ਅਧੀਨ ਹੀ ਜਮਾਤੀ ਸੰਘਰਸ਼, ਜਮਾਤੀ ਸਮਾਜ, ਕਿਰਤ, ਲੋਕ ਪੱਖੀ ਵਿਚਾਰਧਾਰਾ, ਸਾਮਰਾਜ, ਅਮਨ, ਕਿਰਤ ਦਾ ਗੌਰਵ ਤੇ ਮਨੁੱਖੀ ਸ਼ਕਤੀ ਵਰਗੇ ਅਸਲੋਂ ਹੀ ਨਵੇਂ ਸੰਕਲਪ ਸਾਹਿਤ ਸੰਵੇਦਨਾ ਦਾ ਕੇਂਦਰੀ ਸਰੋਕਾਰ ਬਣਦੇ ਨੇ। ਕਿੱਤੇ ਵਜੋਂ ਉਹਨਾਂ ਨੇ ਬਹੁਤ ਹੀ ਲੰਬਾ ਸਮਾਂ ਵੱਖ-ਵੱਖ ਅਦਾਰਿਆਂ ਵਿੱਚ ਅਧਿਆਪਨ ਦਾ ਕਾਰਜ ਕੀਤਾ। ਕੁਲਵਕਤੀ ਲੇਖਕ ਦੇ ਤੌਰ ਤੇ ਵੀ ਉਹ ਜਾਣੇ ਜਾਂਦੇ ਨੇ। ਪ੍ਰਿੰਸੀਪਲ ਵਜੋਂ ਪ੍ਰਸ਼ਾਸਕੀ ਕਾਰਜ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਉਹਨਾਂ ਨੇ ਨਿਭਾਇਆ। ਸਾਹਿਤ ਸਿਰਜਣਾ ਵਿੱਚ ਉਹਨਾਂ ਨੇ ਨਾਟਕ, ਨਾਵਲ, ਕਹਾਣੀ, ਕਵਿਤਾ, ਨਿਬੰਧ, ਆਲੋਚਨਾ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਰਚਨਾ ਕੀਤੀ, ਪਰ ਪ੍ਰਸਿੱਧੀ ਨਾਟਕਕਾਰ ਅਤੇ ਆਲੋਚਕ ਦੇ ਤੌਰ ਉੱਤੇ ਜ਼ਿਆਦਾ ਪ੍ਰਾਪਤ ਹੋਈ। ਉਹਨਾਂ ਦੇ ਕਹਾਣੀ ਸੰਗ੍ਰਹਿ ਦੇ ਵਿੱਚ ਸਮਾਚਾਰ, ਕਾਮੇ ਤੇ ਜੋਧੇ, ਅੱਧੀ ਵਾਟ, ਤੀਜਾ ਪਹਿਰ, ਸਿਆਣਪਾਂ, ਇਸੇ ਤਰ੍ਹਾਂ ਉਹਨਾਂ ਦੇ ਨਾਵਲਾਂ ਦੇ ਵਿੱਚ ਜੇਕਰ ਅਸੀਂ ਜ਼ਿਕਰ ਕਰਨਾ ਹੋਵੇ ਤਾਂ ਲਹੂ ਮਿੱਟੀ ਉਹਨਾਂ ਦਾ ਪਹਿਲਾ ਨਾਵਲ ਆਉਂਦਾ, ਜਿਸ ਦੇ ਵਿੱਚ ਉਹਨਾਂ ਨੇ ਪੇਂਡੂ ਸਮਾਜਿਕ ਜੀਵਨ ਵਿਚਲੇ ਰਾਜਨੀਤਿਕ ਸਮਾਜਿਕ ਦਬਾਅ ਦੇ ਕਾਰਨ ਕੁਚਲੇ ਜਾਂਦੇ ਮਨੁੱਖੀ ਭਾਵਾਂ ਦੀ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ ਹੈ। ਇਸੇ ਤਰ੍ਹਾਂ ਬਾਬਾ ਅਸਮਾਨ ਉਹਨਾਂ ਦਾ ਅਗਲਾ ਨਾਵਲ ਸਾਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਕਿ ਇੱਕ ਗਦਰੀ ਬਾਬੇ ਦੀ ਜ਼ਿੰਦਗੀ ਦੀ ਵਾਸਤਵਿਕ ਤਸਵੀਰ ਕਸ਼ੀ ਕਰਦਾ ਹੈ। ਉਹਨਾਂ ਦੀਆਂ ਬਹੁਤ ਹੀ ਮੁੱਲਵਾਨ ਆਲੋਚਨਾ ਪੁਸਤਕਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸਾਹਿਤਿਆਰਥ, ਪ੍ਰਸਿੱਧ ਪੰਜਾਬੀ ਕਾਵਿ, ਪੰਜਾਬੀ ਕਾਵਿ ਸ਼੍ਰੋਮਣੀ। ਸਾਹਿਤਿਆਰਥ ਪੁਸਤਕ ਦੇ ਵਿੱਚ ਉਹਨਾਂ ਨੇ ਸਾਹਿਤ ਸਿਧਾਂਤਾਂ ਸੰਬੰਧੀ ਵਿਆਖਿਆ ਭਰੇ ਨਿਬੰਧਾਂ ਨੂੰ ਸ਼ਾਮਿਲ ਕੀਤਾ। ਪ੍ਰਸਿੱਧ ਪੰਜਾਬੀ ਕਾਵਿ ਪੁਸਤਕ ਦੇ ਵਿੱਚ 17ਵੀਂ 18ਵੀਂ ਸਦੀ ਦੇ ਮੁਸਲਮਾਨ ਪੰਜਾਬੀ ਕਵੀਆਂ ਦੀ ਰਚਨਾ ਦਾ ਸਾਹਿਤਕ ਮੁਲਾਂਕਣ ਉਹਨਾਂ ਨੇ ਪੇਸ਼ ਕੀਤਾ। ਇਸੇ ਤਰ੍ਹਾਂ ਪੰਜਾਬੀ ਕਾਵਿ ਸ਼੍ਰੋਮਣੀ ਵਿੱਚ ਪਹਿਲੇ 4 ਸਿੱਖ ਗੁਰੂਆਂ ਦੀ ਬਾਣੀ ਬਾਰੇ ਆਪਣੇ ਵਿਚਾਰ ਉਹਨਾਂ ਸਾਂਝੇ ਕੀਤੇ ਨੇ। ਸੰਤ ਸਿੰਘ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਚਿੰਤਕ ਤੇ ਮਸ਼ਹੂਰ ਨਾਟਕਕਾਰ ਆਤਮਜੀਤ ਦੇ ਵਿਚਾਰ ਇਸ ਪ੍ਰਕਾਰ ਨੇ। ਉਹ ਕਹਿੰਦੇ ਨੇ ਕਿ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਸੰਤ ਸਿੰਘ ਸੇਖੋਂ ਦੀਆਂ ਕਿਰਤਾਂ ਨਵੇਂ ਯੁੱਗ ਦੀ ਸੂਚਨਾ ਦਿੰਦੀਆਂ ਹਨ। ਪ੍ਰਾਚੀਨ ਰੂੜੀਵਾਦੀ ਆਲੋਚਨਾ ਪ੍ਰਣਾਲੀ ਦਾ ਇੱਕਦਮ ਤਿਆਗ ਕਰਕੇ ਸੇਖੋਂ ਨੇ ਪੰਜਾਬੀ ਸਮਾਲੋਚਨਾ ਦੇ ਘੇਰੇ ਨੂੰ ਵਿਸਥਾਰ ਦਿੱਤਾ ਹੈ।
ਇਸੇ ਤਰ੍ਹਾਂ ਅਨੁਵਾਦ ਦਾ ਉਹਨਾਂ ਨੇ ਮਹੱਤਵਪੂਰਨ ਕਾਰਜ ਕੀਤਾ। ਸ਼ੇਕਸਪੀਅਰ ਰਚਿਤ ਮੈਕਬਾਬ ਦਾ ਮੁਕਤ ਛੰਦ ਰੂਪਾਂਤਰ ਹੋਵੇ ਜਾਂ G.S. ਵੇਨ ਰਚਿਤ ਵਿਸ਼ਵ ਸਭਿਅਤਾ ਦਾ ਇਤਿਹਾਸ ਇਸ ਪੁਸਤਕ ਦਾ ਰੂਪਾਂਤਰਨ ਹੋਵੇ, ਜਾਂ ਫਿਰ ਮਾਡਰਨ ਬੈਕਿੰਗ ਕਿਤਾਬ ਦਾ ਅਨੁਵਾਦ ਉਹਨਾਂ ਨੇ ਕੀਤਾ, ਉਹਦੀ ਗੱਲ ਹੋਵੇ। ਕਈ ਹੋਰ ਬਹੁਤ ਸਾਰੀਆਂ ਵੱਡਮੁੱਲੀਆਂ ਕਿਤਾਬਾਂ ਦਾ ਅਨੁਵਾਦ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਅਸਲ ਦੇ ਵਿੱਚ ਅਨੁਵਾਦ ਦਾ ਉਹਨਾਂ ਦਾ ਮੰਤਵ ਦੁਨੀਆ ਦੇ ਕਲਾਸੀਕਲ ਸਾਹਿਤ ਨੂੰ ਪੰਜਾਬੀ ਵਿੱਚ ਲਿਆ ਕੇ ਮਾਂ ਬੋਲੀ ਦਾ ਘੇਰਾ ਵਿਸ਼ਾਲ ਕਰਨਾ ਤੇ ਪੰਜਾਬੀ ਨੂੰ ਵਿਸ਼ਵ ਪੱਧਰ ਉੱਤੇ ਉਭਾਰਨਾ ਸੀ। ਉਹਨਾਂ ਦੀ ਸਵੈ ਜੀਵਨੀ ਉਮਰ ਦਾ ਪੰਧ, ਜਿਹਦੇ ਵਿੱਚ ਉਹਨਾਂ ਦੀ ਬੇਬਾਕ ਵਾਸਤਵਿਕ ਜੀਵਨ ਦੀ ਪੇਸ਼ਕਾਰੀ ਕੀਤੀ ਗਈ ਹੈ, ਪੰਜਾਬੀ ਸਾਹਿਤਕ ਹਲਕਿਆਂ ਵਿੱਚ ਬੜੀ ਹੀ ਮਕਬੂਲੀਅਤ ਹੈ। ਇਕਾਂਗੀ ਰਚਨਾ ਰਾਹੀਂ ਉਹਨਾਂ ਨੇ ਨਾਟਕ ਇਕਾਂਗੀ ਸਿਰਜਣਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ ਤੇ ਪਹਿਲਾ ਇਕਾਂਗੀ ਸੰਗ੍ਰਹਿ 6 ਘਰ 1941 ਦੇ ਵਿੱਚ ਉਹਨਾਂ ਦਾ ਛਪਿਆ ਸੀ। ਇਸ ਤੋਂ ਬਾਅਦ ਇੱਕ ਲੰਮੀ ਲਿਸਟ ਦੇ ਵਿੱਚ ਉਹਨਾਂ ਨੇ ਇਕਾਂਗੀ ਆਪਣੇ ਰਚਨਾ ਕੀਤੇ। ਤਪਿਆ ਕਿਉਂ ਖਪਿਆ 1950 ਵਿੱਚ, ਸੁੰਦਰ ਪਦ 1969 ਵਿੱਚ, ਨਾਟ ਸੁਨੇਹੇ 1984 ਤੇ ਮੇਰੇ 10 ਇਕਾਂਗੀ, ਇਹ ਸੰਗ੍ਰਹਿ ਉਹਨਾਂ ਦੇ ਸਾਨੂੰ ਮਿਲਦੇ ਨੇ। ਸੰਤ ਸਿੰਘ ਸੇਖੋਂ ਦੇ ਇਕਾਂਗੀ ਸਧਾਰਨ ਜ਼ਿੰਦਗੀ ਦੇ ਅਨੁਭਵ ਨਾਲ ਜੁੜੇ ਨੇ। ਆਪਣੇ ਇਕਾਂਗੀ ਨਾਟਕਾਂ ਰਾਹੀਂ ਉਹਨਾਂ ਨੇ ਸਮਾਜਿਕ ਭ੍ਰਿਸ਼ਟਾਚਾਰ, ਇਸਤਰੀ ਦੀ ਸਮਾਜਿਕ ਦਸ਼ਾ, ਜਾਗੀਰਦਾਰੀ ਸਮਾਜ ਦੀਆਂ ਰੁਚੀਆਂ ਤੇ ਸਮੱਸਿਆਵਾਂ, ਸ਼ਹਿਰੀ ਮੱਧਵਰਗੀ ਜ਼ਿੰਦਗੀ ਨੂੰ ਵਿਗਿਆਨਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਨਾਟਕ ਦੀ ਜੇ ਗੱਲ ਕਰੀਏ, ਆਪਣੇ ਪਹਿਲੇ ਨਾਟਕ ਕਲਾਕਾਰ ਜੋ ਕਿ 1946 ਵਿੱਚ ਪ੍ਰਕਾਸ਼ਿਤ ਹੋਇਆ ਸੀ, ਉਹਦੇ ਨਾਲ ਹੀ ਉਹ ਨਾਟਕ ਖੇਤਰ ਵਿੱਚ ਮਕਬੂਲੀਅਤ ਹਾਸਲ ਕਰਦੇ ਨੇ। ਉਹਨਾਂ ਦੇ ਸਮੁੱਚੇ ਨਾਟਕਾਂ ਨੂੰ ਮੁੱਖ ਤੌਰ ਤੇ 4 ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ: ਮਿੱਥ ਆਧਾਰਿਤ ਨਾਟਕ, ਇਤਿਹਾਸਕ ਨਾਟਕ, ਸਮਾਜਿਕ ਨਾਟਕ ਤੇ ਲੋਕ ਕਥਾ ਆਧਾਰਿਤ ਨਾਟਕ। ਇਹ ਵੰਡ ਵਿਦਿਆਰਥੀਆਂ ਲਈ ਬੜੀ ਲਾਹੇਵੰਦ ਹੋਏਗੀ ਕਿਉਂਕਿ ਇਹ ਨਾਮ ਯਾਦ ਰੱਖਣੇ ਸੌਖੇ ਹੋ ਜਾਣਗੇ। ਮਿੱਥ ਆਧਾਰਿਤ ਨਾਟਕਾਂ ਵਿੱਚ ਉਹਨਾਂ ਦੇ 2 ਨਾਟਕ ਕਲਾਕਾਰ ਤੇ ਦਮਯੰਤੀ ਨੂੰ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਉਹਨਾਂ ਨੇ ਮਿੱਥ ਦਾ ਪੁਨਰ ਸਿਰਜਣ ਕੀਤਾ ਹੈ। ਸਮਾਜਿਕ ਨਾਟਕ ਦੇ ਵਿੱਚ ਨਾਰਕੀ ਤੇ ਭੂਦਾਨ, ਉਹਨਾਂ ਦੇ 2 ਸਮਾਜਿਕ ਵਿਸ਼ਿਆਂ ਨਾਲ ਜੁੜੇ ਨਾਟਕ ਅਸੀਂ ਰੱਖ ਸਕਦੇ ਹਾਂ। ਇਸੇ ਤਰ੍ਹਾਂ ਲੋਕ ਕਥਾ ਆਧਾਰਿਤ ਨਾਟਕ ਵਿੱਚ ਵਾਰਿਸ ਤੇ ਸਿਆਲਾਂ ਦੀ ਨੱਡੀ ਨੂੰ ਰੱਖਿਆ ਜਾ ਸਕਦਾ ਹੈ। ਇਤਿਹਾਸਕ ਨਾਟਕਾਂ ਦੇ ਵਿੱਚ ਉਹਨਾਂ ਦੇ ਮੋਇਆ ਸਾਰ ਨਕਾਈ, ਮਿੱਤਰ ਪਿਆਰਾ, ਬੰਦਾ ਬਹਾਦਰ, ਵੱਡਾ ਘੱਲੂਘਾਰਾ, ਬਾਬਾ ਬੋੜ ਤੇ ਬੇੜਾ ਬੰਦ ਨਾ ਸਕਿਓ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਬੜੇ ਸਨਮਾਨ ਯੋਗ ਸ਼ਖਸੀਅਤ ਉਹ ਰਹੇ। ਬੇਹੱਦ ਮਕਬੂਲੀਅਤ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਵਕਾਰੀ ਸੰਸਥਾਵਾਂ ਨੇ ਸਨਮਾਨ ਵੀ ਦਿੱਤਾ। ਸਾਹਿਤ ਅਕਾਦਮੀ ਦਾ ਅਵਾਰਡ ਉਹਨਾਂ ਨੂੰ ਉਹਨਾਂ ਦੇ ਨਾਟਕ ਮਿੱਤਰ ਪਿਆਰਾ ਲਈ 1972 ਵਿੱਚ ਪ੍ਰਾਪਤ ਹੋਇਆ। ਇਸੇ ਤਰ੍ਹਾਂ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਹਨਾਂ ਨੂੰ ਪ੍ਰੋਫੈਸਰ ਆਫ ਐਮੈਰਿਟਸ ਦਾ ਖਿਤਾਬ ਅਵਾਰਡ ਕੀਤਾ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ 1987 ਵਿੱਚ ਪਦਮ ਸ਼੍ਰੀ ਦੇ ਬਹੁਤ ਹੀ ਵਕਾਰੀ ਸਨਮਾਨ ਨਾਲ ਨਵਾਜਿਆ ਗਿਆ। 1999 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਪੁਰਸਕਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1991 ਵਿੱਚ ਉਹਨਾਂ ਨੂੰ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਵੀ ਪ੍ਰਦਾਨ ਕੀਤੀ। ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਅਤੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਸਿਰਜਣਾਤਮਕ ਗੁੜਤੀ ਦੇਣ ਬਦਲੇ ਉਹਨਾਂ ਨੂੰ ਬਾਬਾ ਬੋਹੜ ਸਨਮਾਨ ਵਜੋਂ ਵੀ ਕਿਹਾ ਜਾਂਦਾ ਹੈ। ਬਹੁਤ ਸਾਰੀ ਵਿਲੱਖਣਤਾਵਾਂ ਸਾਨੂੰ ਇਸ ਸਾਡੀ ਸ਼ਖਸੀਅਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਪੰਜਾਬੀ ਦਾ ਪਹਿਲਾ ਬੌਧਿਕ ਨਾਟਕਕਾਰ ਇਹਨਾਂ ਨੂੰ ਗਿਣਿਆ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਦਾ ਨਾਟ ਸਿਧਾਂਤ ਦਾ ਜੇ ਜ਼ਿਕਰ ਹੋਵੇ ਤਾਂ ਨਾਟ ਸਿਧਾਂਤ ਸਾਹਿਤ ਦੀਆਂ ਸਮਾਜਵਾਦੀ ਧਾਰਨਾਵਾਂ ਉੱਤੇ ਆਧਾਰਿਤ ਹੈ। ਉਹਨਾਂ ਦੀ ਨਾਟ ਦੀ ਪੇਸ਼ਕਾਰੀ ਨਾਲੋਂ ਵਿਸ਼ੇ ਦੀ ਬੌਧਿਕ ਪੇਸ਼ਕਾਰੀ ਤੇ ਵੱਧ ਜ਼ਿਆਦਾ ਜ਼ੋਰ ਹੈ। ਉਹਨਾਂ ਦੀ ਰੁਚੀ ਨਾਟ ਕਲਾ ਨਾਲੋਂ ਵਿਸ਼ੇ ਦੀ ਬੌਧਿਕ ਪੇਸ਼ਕਾਰੀ ਵੱਲ ਜ਼ਿਆਦਾ ਹੈ। ਇਸੇ ਤਰ੍ਹਾਂ ਵਰਜਿਤ ਸਮਾਜਿਕ ਵਿਸ਼ਿਆਂ ਨੂੰ ਅਪਣਾਉਣ ਅਤੇ ਪੇਸ਼ ਕਰਨ ਦੇ ਵਿੱਚੋਂ ਬਹੁਤ ਜ਼ਿਆਦਾ ਰੁਚੀ ਲੈਂਦੇ ਨੇ। ਕਾਵਿ ਨਾਟਕ ਲਿਖਣ ਵਾਲਾ ਪੰਜਾਬੀ ਦਾ ਪਹਿਲਾ ਨਾਟਕਕਾਰ ਸੰਤ ਸਿੰਘ ਸੇਖੋਂ ਸਾਡੇ ਸਾਹਮਣੇ ਆਉਂਦਾ ਹੈ। ਅਖੌਤੀ ਧਾਰਮਿਕ ਸਮਾਜਿਕ ਰਵਾਇਤਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਪੇਸ਼ ਕਰਨ ਵਾਲਾ ਸਾਹਿਤਕਾਰ ਵੀ ਸੰਤ ਸਿੰਘ ਸੇਖੋਂ ਸਾਨੂੰ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਰੰਗਮੰਚੀ ਪੇਸ਼ਕਾਰੀ ਨੂੰ ਉਹ ਨਾਟਕ ਦੀ ਸਫਲਤਾ ਦਾ ਮੁੱਖ ਆਧਾਰ
ਮੰਨਦੇ ਨੇ। ਆਪਣੇ ਨਾਟਕਾਂ ਵਿੱਚ ਮਿੱਥ ਦੀ ਪੁਨਰ ਸਿਰਜਣਾ ਉਹਨਾਂ ਨੇ ਬੜੀ ਹੀ ਸੋਹਣੇ ਢੰਗ ਦੇ ਨਾਲ ਕੀਤੀ ਹੈ। ਜ਼ਿਆਦਾਤਰ ਆਲੋਚਕ ਉਹਨਾਂ ਦੇ ਨਾਟਕਾਂ ਨੂੰ ਉਹਨਾਂ ਦੀ ਵਿਚਾਰਧਾਰਾ ਦੇ ਸੰਚਾਰ ਦਾ ਮਾਧਿਅਮ ਮੰਨਦੇ ਨੇ ਤੇ ਇਹਨਾਂ ਕੁਝ ਨਾਟਕਾਂ ਨੂੰ ਰੰਗਮੰਚ ਦੀਆਂ ਲੋੜਾਂ ਦੇ ਅਨੁਸਾਰ ਉਹ ਢੁਕਵਾਂ ਨਹੀਂ ਮੰਨਦੇ। ਉਹਨਾਂ ਨੇ ਆਪਣੇ ਜੀਵਨ ਵਿੱਚ ਵਿਸ਼ਵ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ, ਜਿਹੜਾ ਕਿ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਸਾਨੂੰ ਵੇਖਣ ਨੂੰ ਪ੍ਰਾਪਤ ਹੁੰਦਾ ਹੈ। ਸਾਹਿਤ ਸਿਧਾਂਤਾਂ ਦਾ ਪ੍ਰਬੁੱਧ ਵਿਆਖਿਆਕਾਰ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ। ਉਹਨਾਂ ਦੀ ਚੋਖੀ ਇਤਿਹਾਸਕ ਸੂਝ ਉਹਨਾਂ ਦੇ ਇਤਿਹਾਸਕ ਨਾਟਕਾਂ ਵਿੱਚ ਸਾਨੂੰ ਝਲਕਦੀ ਹੈ। ਸਾਹਿਤ ਰੂਪਾਕਾਰ ਦੇ ਰਚਨਾਤਮਕ ਸੰਗਠਨ ਦੀ ਜਾਣਕਾਰੀ ਉਹਨਾਂ ਦੁਆਰਾ ਇੱਕ ਤੋਂ ਵੱਧ ਕੀਤੀ ਸਾਹਿਤ ਰੂਪਾਂ ਵਿੱਚ ਸਿਰਜਣਾ ਤੋਂ ਸਾਨੂੰ ਝਲਕਦੀ ਹੈ। ਗੁਰਬਾਣੀ ਤੇ ਮੱਧਕਾਲੀ ਸਾਹਿਤ ਦੀ ਨਵੀਨ ਵਿਆਖਿਆ ਵੀ ਉਹਨਾਂ ਨੇ ਹੀ ਕੀਤੀ। ਸਾਹਿਤ ਇਤਿਹਾਸ ਦੇ ਵੱਖ-ਵੱਖ ਵਿਕਾਸ ਪੜਾਵਾਂ ਵਿੱਚ ਪ੍ਰਚਲਿਤ ਸਾਹਿਤਕ ਲਹਿਰਾਂ ਅਧੀਨ ਰਚੇ ਕਾਵਿ ਦਾ ਪ੍ਰੌੜ ਆਲੋਚਕ ਦੇ ਤੌਰ ਤੇ ਉਹਨਾਂ ਨੇ ਮੁਲਾਂਕਣ ਵੀ ਕੀਤਾ। ਅਖੀਰ 7 ਅਕਤੂਬਰ 1997 ਨੂੰ ਦਾਖਾ ਵਿਖੇ ਸਾਡੇ ਇਹ ਮਕਬੂਲ ਸਾਹਿਤਕਾਰ ਅਕਾਲ ਚਲਾਣਾ ਕਰ ਜਾਂਦੇ ਨੇ। ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਆਕਾਰ ਪਕਾਰ ਤੇ ਸੰਚਾਰ ਪੱਖੋਂ ਬੜੀ ਹੀ ਵੱਡਮੁੱਲੀ ਹੈ। ਅੱਜ ਦੇ ਇਸ ਲੈਕਚਰ ਵਿੱਚ ਇਹ ਜਾਣਕਾਰੀ ਵਿਦਿਆਰਥੀਆਂ ਲਈ ਲਾਹੇਵੰਦ ਹੋਏਗੀ, ਇਸ ਆਸ ਦੇ ਨਾਲ। ਧੰਨਵਾਦ।